सतनाम श्री वाहिगुरु साहिब जीओ। तुद आगे अरदास हमारी, जियो पिंड सब तेरा। कहो नानक सब तेरी वड्याई, कोई नाम ना जाने मेरा। सुख दाता पै भंजन, तिस आगे कर अरदास। मेहर करे जिस मेहरबान, ता कारज आवे रास। मेहर करे जिस मेहरबान, ता कारज आवे रास। जुगो जुग अटल चवर शदर दखत दे मालक, दसां पातशाहियां जी दी जोत हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठे गुरु प्यारी गुरु सवारी। गुरु की साजी साज के निवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां एकाग्र करके जुड़ करके बैठने दी कृपालता करिए। समय और स्वासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण करना कीती है, वो विचार इथों तक सी कि जिस वेले सतगुरु गुरु गोबिंद सिंह महाराज दसम पातशाह सतगुरु जी कलगीधर पातशाह इधर श्री अनंदपुर साहिब की धरती ते विराजमान है, सुशोभित है, जिथे के सतगुरु जी बेअंत बख्शिशां रहमतां बरता रहे ने। हुण जो जी सतगुरु दे दर ते आउंदा, ਉਹ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੋਂ ਮਨ ਇੱਛਤ ਫਲ ਪ੍ਰਾਪਤ ਕਰਦਾ, ਕਿਉਂਕਿ ਗੁਰੂ ਨਾਨਕ ਦਾ ਦਰ ਕਰ ਹੈ ਹੀ ਇਦਾਂ ਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਹੁਣ ਸਤਿਗੁਰ ਦਾ ਦਰ ਕਰ ਹੈ ਹੀ ਇਦਾਂ ਦਾ, ਜਿੱਥੋਂ ਇਦਾਂ ਆਨੰਦ ਪ੍ਰਾਪਤ ਹੁੰਦੇ, ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਤੇ ਜਿੱਥੇ ਇਦਾਂ ਦੀ ਭਾਵਨਾ ਵਾਲੇ ਨੇ ਉੱਥੇ ਸਤਿਗੁਰ ਦੇ ਦਰਕਾਰ ਦੇ ਨਾਲ ਵੈਰ ਵਿਰੋਧ ਈਰਖਾ ਰੱਖਣ ਵਾਲੇ ਵੀ ਨੇ। ਜਿਵੇਂ ਹੁਸੈਨ ਖਾਨ ਨੇ ਸਤਿਗੁਰ ਤੇ ਚੜ੍ਹਾਈ ਕਰਨ ਦੀ ਵਿਚਾਰ ਬਣਾਈ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਸ ਵਕਤ ਵੱਡਾ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੁਸੈਨ ਖਾਨ। ਜਿੱਥੇ ਪ੍ਰੇਮੀ ਹੈ ਉੱਥੇ ਇਹਨਾਂ ਦੇ ਹੰਕਾਰੀ ਵੀ ਬਹੁਤ ਨੇ, ਜਿੱਥੇ ਪੁੰਨੀ ਉੱਥੇ ਪਾਪੀ ਵੀ ਬਹੁਤ ਨੇ, ਜਿੱਥੇ ਗੁਰਮੁਖ ਉੱਥੇ ਮਨਮੁਖ ਵੀ ਬਹੁਤ ਨੇ। ਹੁਣ ਇਹ ਹੁਸੈਨ ਖਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚੜ੍ਹਾਈ ਕਰਨ ਦੀ ਨੇ ਵਿਉਂਤ ਬਣਾਈ ਹੈ, ਤੇ ਬਹੁਤ ਜ਼ਿਆਦਾ ਨੇ ਤਾਕਤ ਪ੍ਰਾਪਤ ਕੀਤੀ, ਲਸ਼ਕਰ ਪ੍ਰਾਪਤ ਕੀਤੇ, ਨਾਲ ਜੋੜੇ ਨੇ। ਉਸ ਵਕਤ ਭੀਮ ਚੰਦ ਸੈਨ
ਉਹਨੂੰ ਨਾਲ ਇਹਨੇ ਰਲਾ ਲਿਆ। ਭੀਮ ਚੰਦ ਸੈਨ ਨੇ ਵਿਚਾਰ ਕੀਤੀ ਇਹਦੇ ਕੋਲ ਬਹੁਤ ਵੱਡੀ ਤਾਕਤ ਹੈ, ਬਹੁਤ ਵੱਡੀ ਫੌਜ ਹੈ, ਇਹਦੇ ਨਾਲ ਰਲ ਗਿਆ। ਕਿਰਪਾਲ ਕਟੋਚੀਆ ਉਹ ਵੀ ਨਾਲ ਰਲ ਗਿਆ। ਹੋਰ ਜਿਹੜੇ ਮਾੜੇ ਮੋਟੇ ਉਦਾਂ ਦੇ ਰਾਜੇ ਸਨ, ਰਾਜ ਭਾਗ ਪ੍ਰਾਪਤ ਕਰਨ ਵਾਲੇ ਸਨ, ਉਹ ਵੀ ਨਾਲ ਰਲ ਗਏ। ਉਸ ਵਕਤ ਇਦਾਂ ਦੀਆਂ ਤਾਕਤਾਂ, ਇਦਾਂ ਦੇ ਜਿਹੜੇ ਜੋਸ਼ ਨੇ ਇਹਨੂੰ ਪ੍ਰਾਪਤ ਹੋਏ। ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੰਕਾਰੀ ਬਣ ਗਿਆ ਹੁਸੈਨ ਖਾਨ। ਮਨ ਵਿੱਚ ਹੰਕਾਰ ਧਾਰਨ ਕਰਕੇ ਬੋਲਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੈਂ ਤੇ ਤਦ ਛੰਨ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਉਹਨਾਂ ਨੂੰ ਜਿੱਤ ਲਵਾਂਗਾ। ਉਹਨਾਂ ਦਾ ਆਨੰਦਪੁਰ ਦਾ ਜਿੰਨਾ ਕਿਲਾ ਹੈ, ਧਰਤੀ ਹੈ, ਲੁੱਟ ਲਵਾਂਗਾ। ਸਤਿਗੁਰੂ ਜੀ ਨੂੰ ਵੱਡਾ ਨੁਕਸਾਨ ਪਹੁੰਚਾਵਾਂਗਾ। ਇਦਾਂ ਦੀ ਨੀਅਤ ਲੈ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਪਹੁੰਚਣ ਦੀ ਵਿਚਾਰ ਕਰਦਾ। ਪਰ ਇਹ ਜਿਹੜੀ ਮਾੜੀ ਨੀਅਤ ਹੈ, ਮਾੜੀ ਖੋਟੀ ਵਿਚਾਰ ਹੈ, ਕਿਸੇ ਮਨੁੱਖ ਦੀ ਕਦਾਚਿਤ ਵੀ ਕਦੇ ਪੂਰੀ ਨਹੀਂ ਹੁੰਦੀ, ਸਿਰੇ ਨਹੀਂ ਚੜ੍ਹਦੀ। ਕਹਿੰਦੇ ਜੇਕਰ ਭਾਵਨਾ ਸਹਿਤ ਸਤਿਗੁਰ ਦੇ ਚਰਨਾਂ ਤੇ ਜੁੜ ਜਾਵਾਂਗੇ, ਸਤਿਗੁਰ ਦੀ ਪ੍ਰਾਪਤੀ ਕਰਾਂਗੇ, ਸੇਵਾ ਸਿਮਰਨ ਵਿੱਚ ਪਾਵਾਂਗੇ, ਤੇ ਸਤਿਗੁਰ ਜੀ ਕਿਤੇ ਨਾ ਕਿਤੇ ਜਾ ਕੇ ਉਹ ਭਾਵਨਾ ਪੂਰੀ ਜ਼ਰੂਰ ਕਰ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ ਨਿਮਰਤਾ ਸਹਿਤ। ਪਰ ਜੇਕਰ ਹੰਕਾਰੀ ਹੋ ਕੇ ਕੋਈ ਮਨੁੱਖ ਕਵੇ ਕਿ ਜਿਉਂ ਤਿਉਂ ਕਰ ਦੇਵਾਂਗਾ, ਸਤਿਗੁਰੂ ਜੀ ਕਹਿੰਦੇ ਕਦਾਚਿਤ ਨਹੀਂ ਹੋਣਾ, ਕੁਝ ਨਹੀਂ ਹੋਣਾ, ਕੁਝ ਪੱਲੇ ਨਹੀਂ ਰਹਿਣਾ, ਹੱਥ ਵਸ ਨਹੀਂ ਰਹਿਣਾ, ਸਭ ਕੁਝ ਖੁੱਸ ਜਾਣਾ। ਉਸ ਵੇਲੇ ਕਹਿੰਦੇ ਹੁਣ ਇਸੇ ਤਰ੍ਹਾਂ ਹੁਸੈਨ ਖਾਨ ਦੇ ਮਨ ਵਿੱਚ ਹੰਕਾਰ ਹੈ। ਮੇਰੇ ਨਾਲ ਭੀਮ ਚੰਦ ਸੈਨ ਜੁੜ ਗਿਆ, ਕਿਰਪਾਲ ਕਟੋਚੀਆ ਜੁੜ ਗਿਆ। ਇਹ ਪਹਾੜੀ ਰਾਜੇ ਨੇ, ਵੱਡੇ ਯੋਧੇ ਨੇ। ਹੁਣ ਹੁਸੈਨ ਖਾਨ ਨੇ ਹੁਣ ਏਦਾਂ ਮਨ ਵਿੱਚ ਹੰਕਾਰ ਧਾਰਨ ਕੀਤਾ ਤੇ ਚਲਦੇ ਚਲਦੇ ਨੇ ਮਨ ਵਿੱਚ ਵਿਚਾਰ ਕੀਤੀ। ਕਹਿੰਦੇ ਗੋਪਾਲ ਗਲੇਸਰੀਆ ਰਾਜਾ, ਉਹਨੂੰ ਵੀ ਆਪਣੇ ਨਾਲ ਮੇਲ ਲਵਾਂ। ਰਾਜਾ ਰਾਮ ਸਿੰਘ ਜੱਸੋਵਾਲ, ਉਹਨੂੰ ਵੀ ਨਾਲ ਮੇਲ ਲਵਾਂ। ਏਦਾਂ ਦੀ ਵਿਚਾਰ ਕੀਤੀ ਇਹਨੇ। ਹੁਣ ਉਸ ਵੇਲੇ ਗੋਪਾਲ ਗਲੇਸਰੀਏ ਨੂੰ ਸੁਨੇਹਾ ਭੇਜਿਆ ਕਿ ਮੈਨੂੰ ਆ ਕੇ ਮਿਲੇ, ਮੈਨੂੰ 10 ਲੱਖ ਦਮੜੇ ਦਵੇ, ਮਾਇਆ ਦੇਵੇ, ਹਰਜਾਨਾ ਭਰੇ ਮੇਰੇ ਕੋਲ, ਤੇ ਮੈਂ ਇਹਦੇ ਨਾਲ ਮੇਲ ਮਿਲਾਪ ਕਰਾਂਗਾ। ਉਸ ਵਕਤ ਗੋਪਾਲ ਗਲੇਸਰੀਏ ਦੇ ਕਹਿਣ ਤੇ ਗਿਆ ਨਹੀਂ। ਰਾਜਾ ਰਾਮ ਸਿੰਘ, ਗੋਪਾਲ ਗਲੇਸਰੀਆ, ਦੋਨੋਂ ਜਣੇ ਆਪਸ ਦੇ ਵਿੱਚ ਇਹ ਮਿਲੇ ਹੋਏ ਨੇ। ਇਹ ਹੁਣ ਹੁਸੈਨ ਖਾਨ ਦੇ ਕਹਿਣ ਵਾਸਤੇ, ਇਹਦੇ ਨਾਲ ਤਾਲਮੇਲ ਕਰਨ ਵਾਸਤੇ ਗਏ ਨਹੀਂ। ਉਸ ਵਕਤ ਗੋਪਾਲ ਗਲੇਸਰੀਏ ਦੇ ਵਾਸਤੇ ਔਰ ਰਾਜਾ ਰਾਮ ਸਿੰਘ ਦੇ ਵਾਸਤੇ ਹੁਸੈਨ ਖਾਨ ਨੇ ਦੂਤ ਭੇਜੇ ਨੇ, ਮੈਸੇਜ ਭੇਜਿਆ। ਕਹਿੰਦੇ ਆ ਕੇ ਮੈਨੂੰ ਮਿਲੇ, ਜੇ ਨਹੀਂ ਮਿਲਦਾ ਤੇ ਵੱਡਾ ਇਹਨੂੰ ਯੁੱਧ ਕਰਨਾ ਪਵੇ, ਕਹਿੰਦਾ ਨੁਕਸਾਨ ਕਰਾਂਗਾ, ਨਹੀਂ ਫਿਰ ਮੈਨੂੰ 10 ਲੱਖ ਰੁਪਈਆ ਦੇਵੇ ਹਰਜਾਨੇ ਵਜੋਂ। ਉਸ ਵਕਤ ਗੁਰੂ ਪਿਆਰਿਓ, ਗੋਪਾਲ ਗਲੇਸਰੀਏ ਨੇ ਮਨ ਦੇ ਵਿੱਚ ਵਿਚਾਰ ਕੀਤੀ। ਕਹਿੰਦੇ ਇਹਦੇ ਨਾਲ ਮੈਂ ਮੇਲ ਨਹੀਂ ਰੱਖਣਾ। ਤੇ ਇਧਰੋਂ ਸਤਿਗੁਰੂ ਜੀ ਦਾ ਵੀ ਬਚਨ ਸੀ ਕਿ ਇਹ ਜਿਹੜਾ ਹੁਸੈਨ ਖਾਨ ਹੈ ਜੰਗ ਯੁੱਧ ਕਰਨ ਵਾਸਤੇ ਆਨੰਦਪੁਰ ਦੀ ਧਰਤੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆਇਆ, ਰਸਤੇ ਵਿੱਚ ਹੀ ਮਰ ਖੱਪ ਜਾਵੇਗਾ, ਇੱਥੇ ਪਹੁੰਚੇਗਾ ਹੀ ਨਹੀਂ। ਉਸ ਵੇਲੇ ਕਹਿੰਦੇ ਗੋਪਾਲ ਗਲੇਸਰੀਏ ਨੇ ਵਿਚਾਰ ਕੀਤੀ, ਹੁਣ ਮੇਰੀ ਬੇੜੀ ਡੁੱਬਦੀ ਜਾਂਦੀ ਹੈ, ਇਹਦੇ ਨਾਲ ਤੇ 2 ਰਾਜੇ ਹੋਰ ਮਿਲ ਗਏ ਨੇ, ਭੀਮ ਚੰਦ ਸੈਨ, ਕਿਰਪਾਲ ਕਟੋਚੀਆ, ਦੋਨੋਂ ਮਿਲ ਗਏ ਨੇ। ਹੋਰ ਵੱਡੀ ਇਹਦੀ ਤਾਕਤ ਹੈ, ਬਹੁਤ ਵੱਡੀ ਇਹਦੀ ਕੋਲੇ ਫੌਜ ਹੈ, ਵੱਡਾ ਜੋਸ਼ ਹੈ, ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਣਾ। ਉਸ ਵੇਲੇ ਕਹਿੰਦੇ ਗੋਪਾਲ ਗਲੇਸਰੀਏ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਬੇਨਤੀ ਕੀਤੀ ਤੇ ਸਤਿਗੁਰੂ ਜੀ ਤੋਂ ਮਦਦ ਮੰਗੀ। ਸਤਿਗੁਰੂ ਜੀ ਨੇ ਆਪਣਾ ਇੱਕ ਬਹੁਤ ਪਿਆਰਾ ਆਨੰਦ ਸਿੱਖ ਸੇਵਕ ਭੇਜਿਆ, 7 ਘੋੜੇ ਸਵਾਰ ਭੇਜ ਦਿੱਤੇ ਨਾਲ।
ਜੋਧੇ ਮਹਾਬਲੀ ਭੇਜ ਦਿੱਤੇ। ਭਾਈ ਸੰਗਤੀਆ ਭੇਜਿਆ ਸਤਿਗੁਰੂ ਜੀ ਨੇ। ਉਹ ਸੰਗਤੀਆ ਜਦੋਂ ਇੱਥੇ ਆਇਆ, ਸਾਰੀ ਵਾਰਤਾ ਪੁੱਛੀ ਦੱਸੀ, ਤੇ ਭਾਈ ਸੰਗਤੀਏ ਨੇ 7 ਘੋੜਸਵਾਰ ਨਾਲ ਲੈ ਕੇ ਗੋਪਾਲ ਗਲੇਸਰੀਏ ਰਾਜਾ ਰਾਮ ਸਿੰਘ ਨੂੰ ਧੀਰਜ ਦਿੱਤਾ ਕਿ ਤੂੰ ਬੇਖੌਫ ਹੋ ਕੇ ਜੰਗ ਜੁੱਧ ਜਿੱਤ, ਫਤਿਹ ਤੇਰੀ ਪ੍ਰਾਪਤ ਹੋਵੇਗੀ। ਕਿਉਂਕਿ ਕਿਰਪਾਲ, ਇਹ ਜਿਹੜੇ ਕਿਰਪਾਲ ਕਟੋਚੀਏ ਵਰਗੇ ਨੇ, ਭੀਮ ਚੰਦ ਸੈਨ, ਹੁਸੈਨ ਖਾਂ, ਇਹਨਾਂ ਦਾ ਕੋਈ ਦੀਨ ਧਰਮ ਨਹੀਂ ਹੈ। ਜਿਹਦਾ ਕੋਈ ਦੀਨ ਧਰਮ ਨਹੀਂ ਹੈ ਨਾ, ਉਹ ਸੰਸਾਰ ਦੇ ਵਿੱਚ ਬਹੁਤੀ ਦੇਰ ਤੱਕ ਆਪਣੇ ਆਪ ਟਿਕ ਨਹੀਂ ਸਕਦਾ। ਤੂੰ ਸਤਿਗੁਰ ਦੇ ਸਨਮੁਖ ਓਟ ਆਸਰਾ ਤੱਕ ਕੇ ਜੰਗ ਜੁੱਧ ਜਿੱਤ, ਤੇਰੇ ਨਾਲ ਅਸੀਂ, ਸਤਿਗੁਰ ਨੇ ਸਾਨੂੰ ਤੁਹਾਡੇ ਸਨਮੁਖ ਭੇਜਿਆ। ਸਤਿਗੁਰੂ ਜੀ ਤੇਰੀ ਮਦਦ ਜ਼ਰੂਰ ਕਰਨਗੇ, ਭਾਵੇਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੇਰੇ ਅੰਗ ਸੰਗ ਵਰਤਣਗੇ, ਫਤਿਹ ਤੈਨੂੰ ਪ੍ਰਾਪਤ ਹੋਵੇਗੀ। ਸੱਚਾ ਸੁੱਚਾ ਧਰਮ ਨੂੰ ਮੰਨ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦਾ ਓਟ ਆਸਰਾ ਤੱਕ ਕੇ ਇਹਨਾਂ ਨਾਲ ਜੰਗ ਜੁੱਧ ਸ਼ੁਰੂ ਕਰ ਦੇ, ਫਤਿਹ ਤੇਰੀ ਹੋਵੇਗੀ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਗੋਪਾਲ ਗਲੇਸਰੀਆ ਰਾਜਾ ਰਾਮ ਸਿੰਘ ਦੋਨੇ ਪਾਸੇ ਇੱਕ ਪਾਸੇ ਹੋ ਗਏ, ਦੋਨੋਂ ਜਣੇ। ਉਸ ਵਕਤ ਕਹਿੰਦੇ ਉਧਰੋਂ ਭੀਮ ਚੰਦ ਸੈਨ, ਕਿਰਪਾਲ ਕਟੋਚੀਆ ਤੇ ਨਾਲ ਹੁਸੈਨ ਖਾਂ, ਇਹ ਤਿੰਨੋਂ ਜਣੇ ਇੱਕ ਪਾਸੇ ਹੋ ਗਏ। ਹੁਣ ਉਸ ਵੇਲੇ ਸਭ ਤੋਂ ਪਹਿਲੇ ਤੇ ਸੰਧੀ ਕਰਨ ਵਾਸਤੇ ਇਹਨਾਂ ਨੇ ਸੁਨੇਹਾ ਭੇਜਿਆ ਕਿ ਤੂੰ ਆ ਕੇ ਸਾਨੂੰ ਮਿਲ। ਗੋਪਾਲ ਗਲੇਸਰੀਏ ਰਾਜਾ ਰਾਮ ਸਿੰਘ ਨੂੰ ਕਹਿੰਦੇ ਆ ਕੇ ਮਿਲ, ਗੱਲਬਾਤ ਕਰ। ਉਹ ਚਲਾ ਗਿਆ। ਜਦੋਂ ਗਿਆ, ਜਾ ਕੇ ਗੱਲਬਾਤ ਕੀਤੀ। ਉਸ ਵੇਲੇ ਗੋਪਾਲ ਗਲੇਸਰੀ ਨੇ ਆਖਿਆ, ਕਹਿੰਦੇ ਮੈਂ ਤੁਹਾਨੂੰ ਧਨ ਦੌਲਤ ਦੇ ਨਹੀਂ ਸਕਦਾ, 10 ਲੱਖ ਰੁਪਈਆ ਏਡਾ ਵੱਡਾ, ਬਹੁਤ ਵੱਡੀ ਕੀਮਤ ਹੈ। ਉਸ ਵਕਤ ਏਡੀ ਵੱਡੀ ਕੀਮਤ ਅਦਾ ਕਹਿੰਦੇ ਮੈਂ ਕਿਵੇਂ ਕਰਾਂ, ਨਹੀਂ ਕਰ ਸਕਦਾ। ਭੀਮ ਚੰਦ ਸੈਨ ਨੇ ਧੋਖੇ ਨਾਲ ਉਸ ਵੇਲੇ ਹੁਸੈਨ ਖਾਨ ਨੂੰ ਇਸ਼ਾਰਾ ਕਰ ਦਿੱਤਾ, ਕਹਿੰਦੇ ਹੁਣ ਇਉਂ ਕਰੋ, ਗੋਪਾਲ ਗਲੇਸਰੀ ਨੂੰ ਧੋਖੇ ਨਾਲ ਇੱਥੇ ਆਏ ਨੂੰ ਮਾਰ ਦਿਓ, ਗੱਲਬਾਤ ਕਰਨ ਆਏ ਨੂੰ ਫੜ ਕੇ ਮਾਰ ਦਿਓ, ਇਹਦਾ ਰਾਜ ਭਾਗ ਆਪਾਂ ਸਾਰਾ ਲੁੱਟ ਲਵਾਂਗੇ, ਪ੍ਰਾਪਤ ਕਰ ਲਵਾਂਗੇ। ਰਾਜਾ ਰਾਮ ਸਿੰਘ ਨੂੰ ਮਾਰ ਦਿਓ, ਲੁੱਟ ਲਓ, ਗੱਲਬਾਤ ਕਰਨ ਆਏ ਨੂੰ ਮਾਰ ਦਿਓ। ਹੁਣ ਇਹ ਗੱਲ ਜਦੋਂ ਗੋਪਾਲ ਗਲੇਸਰੀ ਰਾਜਾ ਰਾਮ ਸਿੰਘ ਨੂੰ ਪਤਾ ਲੱਗੀ, ਉਹ ਛੇਤੀ ਜਣੇ ਉੱਥੋਂ ਭੱਜ ਕੇ ਆਪਣੀ ਫੌਜ ਦੇ ਵਿੱਚ ਆ ਕੇ ਮਿਲ ਗਏ ਨੇ, ਜੁਟ ਗਏ ਨੇ। ਤੇ ਇਧਰੋਂ ਫਿਰ ਇਹਨਾਂ ਨੂੰ ਵੀ ਪਤਾ ਲੱਗ ਗਿਆ, ਉਹ ਭੱਜ ਕੇ ਦੌੜ ਗਏ ਨੇ, ਗੱਲ ਸਿਰੇ ਨਹੀਂ ਚੜੀ। ਤੇ ਉੱਥੇ ਹੀ ਇਹਨਾਂ ਨੇ ਜੰਗ ਜੁੱਧ ਵੱਡਾ ਭਾਰੀ ਛੇੜ ਦਿੱਤਾ, ਐਲਾਨ ਕਰ ਦਿੱਤਾ। ਦੋਨੇ ਪਾਸੇ ਤੋਂ ਜੰਗ ਜੁੱਧ ਸ਼ੁਰੂ ਹੋ ਗਈ। ਐਸੀ ਭਿਆਨਕ ਜੰਗ ਜੁੱਧ ਸ਼ੁਰੂ ਹੋਈ ਹੈ, ਦੋਨਾਂ ਪਾਸਿਆਂ ਤੋਂ ਕਾਫੀ ਵੱਡੇ ਪੱਧਰ ਤੇ ਫੌਜਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਕੱਟ ਵੱਢ ਕੇ ਧਰਤੀ ਤੇ ਸੂਰਮੇ ਡਿੱਗਣੇ ਸ਼ੁਰੂ ਹੋ ਗਏ ਨੇ। ਉਹ ਧਰਤੀ ਲਾਲ ਰੰਗ ਦੀ ਖੂਨ ਦੇ ਨਾਲ ਗਿੱਲੀ ਹੋ ਗਈ, ਗਾਰਾ ਲਾਲ ਰੰਗ ਦਾ ਬਣ ਗਿਆ। ਸਰੀਰ ਧੜ ਦੇ ਨਾਲੋਂ ਵੱਖਰੇ ਹੋ ਕੇ, ਸੀਸ ਧੜ ਦੇ ਨਾਲੋਂ ਵੱਖਰੇ ਹੋ ਕੇ ਧਰਤੀ ਤੇ ਡਿੱਗਣ ਲੱਗ ਪਏ, ਜਿਵੇਂ ਸੁੱਕੇ ਦਰਖਤ ਦੇ ਉੱਤੋਂ ਸੁੱਕੇ ਪੱਤੇ ਝੜਦੇ ਨੇ, ਏਦਾਂ ਕਰਕੇ ਕਹਿੰਦੇ ਡਿੱਗਣੇ ਸ਼ੁਰੂ ਹੋ ਗਏ। ਜਿਵੇਂ ਕਹਿੰਦੇ ਅਸਮਾਨ ਤੋਂ ਵਰਖਾ ਪੈਂਦੀ ਹੈ, ਗੜੇ ਵਰਦੇ, ਏਦਾਂ ਸਰੀਰ ਉਸ ਵੇਲੇ ਸੀਸ ਤੋਂ ਧੜ ਹੋ ਵੱਖਰੇ ਹੋ ਕੇ ਡਿੱਗਣੇ ਸ਼ੁਰੂ ਹੋ ਗਏ। ਇੱਕ ਦੂਜੇ ਨੂੰ ਮਾਰ ਲੋ, ਲੁੱਟ ਲੋ, ਖਤਮ ਕਰ ਦਿਓ, ਜਿੱਤ ਪ੍ਰਾਪਤ ਕਰ ਲੋ, ਇਦਾਂ ਦੇ ਨਾਰੇ ਲੱਗ ਰਹੇ ਨੇ। ਬਹੁਤ ਵੱਡਾ ਭਾਰੀ ਯੁੱਧ ਮਚਣਾ ਕੀਤਾ। ਤੇ ਹੁਣ ਗੋਪਾਲ ਗਲੇਸਰੀਏ ਰਾਜਾ ਰਾਮ ਸਿੰਘ, ਇਹ ਦੋਨੋਂ ਇੱਕ ਪਾਸੇ ਨੇ। ਭਾਈ ਸੰਗਤੀਆ ਸਤਿਗੁਰ ਦਾ ਸਿੱਖਾਂ ਨੂੰ ਪਿਆਰਾ ਸਿੱਖ ਸੂਰਮਾ, ਜਿਹੜਾ ਬਹੁਤ ਵੱਡਾ ਯੋਧਾ ਏ, ਇਹਦੇ ਨਾਲ 7 ਹੋਰ ਸਿੱਖ ਸੂਰਮੇ ਆਏ ਨੇ।
इधर एक पासे इन्हां ने खलो के बैरियां दे सामना कीता, उधरों आपोजिट गोपाल गलेसरीए दे सन्मुख भीमचंद सैन, कृपाल कटोचीआ, हुसैन खां, ये तीनों जने एक पासे ने। इधर 2 जने उधर 3 जने। इन्हां ने रल के बहुत बड़ा नुकसान किया। आखिरकार कहंदे की होया, कहंदे चलदे चलदे जंग युद्ध दे विच उस वक्त कृपाल कटोचीआ मारिया गया। सब तो बड़ा इहदा दीन धर्म नहीं है, सब तो बड़ा पापी है, अपराधी है, धोखेबाज है कृपाल कटोचीआ। वो मारिया गया। जदों मारिया गया उस तो बाद कहंदे हुसैन खां मार दिता। जदों इदां हुसैन खां मार दिता, होर जिहड़े बड़े योधे महाबली फौज दे सरदार सन, सूरमे सन, वो भी मार दिते गए। विचों बहुत बड़ा नुकसान होया। इधरों इन्हां दा भी नुकसान होया। कहंदे भाई संगतियां भी शहीद हो गया जंग युद्ध दे विच। बहुत बड़ा कांड होना कीता। आखिरकार की होया, सतगुरु दी कृपा रहमत वरती बड़ा घमसान दा युद्ध मचना कीता। बहुत सरीर नालों आहू वखरे होना कीते ने। सतगुरु दी कृपा रहमत वरती। आखिरकार की होया, कहंदे जदों पता लगे उन्हां नूं कि साडे मेन सरदार फौज दे मार दिते गए ने, उस वक्त फौज दा जिहड़ा धीरज सी वो धीरज ठहरिया नहीं। अनुमान उन्हां दा जिहड़ा सी मनोबल सी वो खलोता नहीं। मन दे विचों कहंदे जकदा मनोबल गिर गया, धीरज गिर गया। अपने आप नूं कहंदे उन्हां ने हारिया समझ लिया ते इदां दी विचार करके उस वक्त उस स्थान तो हौली हौली भजने शुरू हो गए, पिछे हटने शुरू हो गए। ये कह लो कि उन्होंने अपनी हार मन ली। इधर गोपाल गलेसरीआ ने जदों विचार की देखिया इन्हां दी फौज वड्डी पद्धर ते मार दिती गई है। राजा राम सिंह वो भी कहंदे चढ़ाई कर गया, मर गया इधरों। ते गोपाल गलेसरीए ने अपनी जित मान ली कि मेरी जित हो गई। हुण सतगुरु दे बचन पूरे हो गए, सतगुरु ने कृपा कर दी है। उस वक्त जित दा नगारा वजाया, सतगुरु दी कृपा रहमत हुई। ते हुण जदों वड्डे पद्धर ते जित हुई है, बड़ा खुश होया। सब तो पहले गुरु गोबिंद सिंह महाराज दसम पातशाह सतगुरु जी दा धन्नवाद, शुकराना करन दी मन दे विच चाहत रखी है, इच्छा रखी है। गोपाल गलेसरीए ने मन विच विचार कर लगा कि गुरु गोबिंद सिंह महाराज दे सन्मुख पहुंच के जाके बेनती करा, अर्ज करा, सतगुर दा धन्नवाद शुकराना करा। क्योंकि सब तो बड़ा फर्ज गुरु दे प्यारे दा ये बनदा कि सब तो पहले सतगुर दा धन्नवाद करिए, शुकराना करिए। जो सतगुर ने दातां दित्तियां ने, प्रदान कीतियां ने, उहदा धन्नवाद करिए। बाकी दे कारज फेर है, क्योंकि पहला मेन सतगुरु जी है, बाकी दे कारज ते सिफर है, जीरो है। सतगुरु जी कहंदे देखो विचार के प्यारिओ, संसार दे विच कोई भी कर्म करिए पहला सतगुरु जी नूं मेन मुख रख के करिए। जो कारज फिर करांगे उहदे विचों सफलताइयां प्राप्त होणगीਆਂ, 10 गुणा आनंद प्राप्त होणगे। सतगुरु दी कृपा वरतेगी। ते जेकर सतगुरु जी नूं मुख नहीं रखिया, संसार दे कारज मुख रख ले, संसार दे कारज किदां ने, जीरो है, सिफर है। ते जे जीरो जीरो कारज करदे रहे ओदी कोई कीमत नहीं। जिवें कागज दे उत्ते एक जीरो जीरो सिफर सिफर लिख दिओ, बाद विच एका लिख दिओ, ओदी कीमत की होवेगी? कोई नहीं। एके नहीं तां एका रह जाना। हाँ, जेकर पहला तुसी एका लिख दो कागज दे उत्ते, फिर जीरो जीरो जीरो, जिन्नियां जीरो लावोगे सिफर लावोगे उन्नी 10 गुणा गिणती वधदी जानी है। सतगुर दी कृपा हुई। मान लो एका लिखता, नाल जीरो लाती, 10 बन गया।
ਫੇਰ ਇੱਕ ਜ਼ੀਰੋ ਲਾਤੀ 100 ਬਣ ਗਿਆ, 10 ਗੁਣਾ ਗਿਣਤੀ ਵੱਧ ਗਈ ਨਾ। ਇੱਕ ਹੋਰ ਉਸੇ ਇਹਦੇ ਨਾਲ ਜ਼ੀਰੋ ਲਾਤੀ 1000 ਬਣ ਗਿਆ। ਫੇਰ ਇੱਕ ਜ਼ੀਰੋ ਲਾਤੀ ਲੱਖ ਬਣ ਗਿਆ। ਤਾਂ 10 ਗੁਣਾ ਗਿਣਤੀ ਵੱਧਦੀ ਜਾਵੇਗੀ, ਕਿਉਂਕਿ ਪਹਿਲਾਂ ਏਕਾ ਲਿਖਿਆ ਫੇਰ ਕਰਕੇ ਪ੍ਰਾਪਤੀ ਹੋਈ। ਤੇ ਜੇਕਰ ਪਹਿਲਾਂ 0 0 0 ਜਿੰਨੀਆਂ ਮਰਜ਼ੀ ਲਿਖ ਦੋ ਜ਼ੀਰੋ, ਬਾਅਦ ਵਿੱਚ ਏਕਾ ਲਿਖ ਦੋ, ਕੋਈ ਗਿਣਤੀ ਨਹੀਂ ਬਣਨੀ। ਇਸੇ ਤਰ੍ਹਾਂ ਸਭ ਤੋਂ ਪਹਿਲਾਂ ਮੇਨ ਏਕਾ ਰੂਪੀ ਸਤਿਗੁਰੂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਇਹਨਾਂ ਨੂੰ ਮੇਨ ਮੁੱਖ ਅੱਗੇ ਰੱਖ ਕੇ ਸੰਸਾਰ ਦੇ ਕਾਰ ਵਿਹਾਰ ਕਰਾਂਗੇ ਨਾ, ਫਿਰ ਜਿੰਨੇ ਸਿਫਰ ਜ਼ੀਰੋ ਰੂਪੀ ਕਾਰਜ ਕਰਾਂਗੇ ਸਤਿਗੁਰੂ ਏਕਾ ਮੂਹਰੇ ਰੱਖ ਕੇ, ਫਿਰ ਸੰਸਾਰ ਦੇ ਕਾਰਜ ਆਪਣੇ ਆਪ ਹੁੰਦੇ ਜਾਵਣਗੇ। ਉਹਨਾਂ ਦੀ 10 ਗੁਣਾ ਵਧੇਰੇ ਕਰਕੇ ਪ੍ਰਾਪਤੀ ਹੋਵੇਗੀ, ਫਲ ਮਿਲੇਗਾ। ਮੰਨ ਲਓ ਸਤਿਗੁਰੂ ਜੀ ਨੂੰ ਮੁੱਖ ਰੱਖ ਕੇ ਕੋਈ ਕਾਰਜ ਕੀਤਾ, ਸਿਫਰ ਰੂਪੀ ਕਾਰਜ ਕੀਤਾ, ਏਕਾ ਸਤਿਗੁਰੂ ਜੀ ਅੱਗੇ ਹੈ, ਸਿਫਰ ਰੂਪੀ ਕਾਰਜ ਕੀਤਾ, 10 ਗੁਣਾ ਗਿਣਤੀ ਵੱਧ ਗਈ। ਹੋਰ ਕਾਰਜ ਕੀਤਾ ਉਹਨੂੰ ਸਤਿਗੁਰੂ ਨੂੰ ਮੁੱਖ ਅੱਗੇ ਰੱਖ ਕੇ 100 ਗੁਣਾ ਗਿਣਤੀ, ਅੱਗੇ 100 ਬਣ ਗਿਆ, ਅੱਗੇ ਪ੍ਰਾਪਤੀ ਹੋ ਗਈ, 10 ਗੁਣਾ ਫਲ ਪ੍ਰਾਪਤ ਹੋ ਗਿਆ। ਹੋਰ ਕਾਰਜ ਕੀਤਾ ਉਹਦਾ ਫਲ 10 ਗੁਣਾ ਪ੍ਰਾਪਤ ਹੋ ਗਿਆ। ਇਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਜਾਵੇਗੀ, ਉਹਦੇ ਜੋ ਵਧੇਰੇ ਲਾਭ ਪ੍ਰਾਪਤ ਹੋਵੇਗਾ। ਪਹਿਲਾਂ ਸਤਿਗੁਰੂ ਜੀ ਨੂੰ ਮੇਨ ਮੁੱਖ ਰੱਖਣਾ ਪਵੇਗਾ। ਹੁਣ ਇਸੇ ਤਰ੍ਹਾਂ ਕਹਿੰਦੇ ਗੋਪਾਲ ਗਲੇਸਰੀਏ ਨੇ ਸਤਿਗੁਰੂ ਜੀ ਨੂੰ ਮੇਨ ਮੁੱਖ ਰੱਖਿਆ, ਚੱਲਿਆ, ਚੱਲ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧੰਨਵਾਦ ਸ਼ੁਕਰਾਨਾ ਕੀਤਾ। ਇੱਥੇ ਪਹੁੰਚ ਕੇ ਤੰਬੂ ਲਾਇਆ ਤੇ ਸਤਿਗੁਰ ਦੇ ਭਰੇ ਦਰਬਾਰ ਵਿੱਚ ਜਾ ਕੇ ਨਿਮਰਤਾ ਸਹਿਤ ਨੀਵੀਂ ਪਾ ਕੇ ਨਮਸਕਾਰ ਕਰਕੇ ਸਤਿਗੁਰ ਦੇ ਸਨਮੁਖ ਝੁਕਿਆ ਤੇ ਸਤਿਗੁਰ ਦਾ ਧੰਨਵਾਦ ਕੀਤਾ। ਉਸ ਵੇਲੇ ਸਤਿਗੁਰ ਜੀ ਸਿੰਘਾਸਨ ਤੇ ਬਿਰਾਜਮਾਨ ਸਨ। ਸਤਿਗੁਰ ਜੀ ਦੀਵਾਨ ਲਗਾ ਕੇ ਬੈਠੇ ਸਨ, ਜਿਵੇਂ ਆਪ ਸੰਗਤ ਬੈਠੇ ਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ। ਉਹੀ ਗੁਰੂ ਸਾਹਿਬ ਹੈ, ਉਹੀ ਜੋਤ ਹੈ, ਉਹੀ ਮਰਿਆਦਾ ਹੈ, ਉਹੀ ਸੰਗਤ ਹੈ, ਉਹੀ ਵਿਚਾਰ ਹੈ, ਉਹੀ ਸਤਿਗੁਰ ਦਾ ਦਰ ਘਰ ਹੈ। ਹੁਣ ਏਦਾਂ ਸਤਿਗੁਰ ਜੀ ਬੈਠੇ ਸਿੰਘਾਸਨ ਤੇ ਬਿਰਾਜਮਾਨ ਹੋਏ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੈਠੇ ਆ ਤੇ ਸੰਗਤ ਨੂੰ ਸ਼ੁਭ ਉਪਦੇਸ਼ ਦੇ ਰਹੇ ਸਨ। ਗੋਪਾਲ ਗਲੇਸਰੀ ਅੰਦਰੋਂ ਆਇਆ, ਚਲਦਾ ਚਲਦਾ ਨਮਸਕਾਰ ਕੀਤੀ। ਸਤਿਗੁਰੂ ਜੀ ਆਪ ਜੀ ਦਾ ਧੰਨਵਾਦ ਹੈ, ਸ਼ੁਕਰਾਨਾ ਹੈ, ਤੁਸੀਂ ਕਿਰਪਾ ਰਹਿਮਤ ਵਰਤੀ, ਤੁਹਾਡੇ ਤੋਂ ਬਿਨਾਂ ਕਾਰਜ ਸਿਰੇ ਨਹੀਂ ਸੀ ਚੜਨਾ। ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਸ ਕੇ ਮੁਸਕਰਾ ਕੇ ਆਖ ਦਿੱਤਾ, ਉਹ ਭਾਈ ਸੂਰਮਗਤੀ ਵਾਲੇ ਗੋਪਾਲ ਗਲੇਸਰੀਆ ਜੀ, ਤੁਹਾਡੇ ਤੇ ਸਤਿਗੁਰ ਦੀ ਕਿਰਪਾ ਵਰਤੀ, ਤੁਸੀਂ ਜੰਗ ਜੁੱਧ ਫਤਿਹ ਪ੍ਰਾਪਤ ਕੀਤੀ ਹੈ। ਤੁਹਾਡੇ ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਤਨਾ ਕੀਤੀ। ਹੁਣ ਤੁਸੀਂ ਰਾਜ ਭਾਗ ਮਾਣੋ, ਆਨੰਦ ਮਾਣੋ, ਸਤਿਗੁਰੂ ਜੀ ਤੁਹਾਡੇ ਅੰਗ ਸੰਗ ਵਰਤਣਗੇ। ਉਸ ਵੇਲੇ ਗੋਪਾਲ ਗਲੇਸਰੀਆ ਬੜਾ ਖੁਸ਼ ਹੋਇਆ। ਸਤਿਗੁਰੂ ਨੇ ਕਿਰਪਾ ਰਹਿਮਤ ਕੀਤੀ, ਵਰ ਪ੍ਰਦਾਨ ਕਰ ਦਿੱਤੇ ਨੇ, ਬਚਨ ਕਹਿ ਦਿੱਤੇ ਨੇ। ਹੁਣ ਸਤਿਗੁਰੂ ਜੀ ਸਹਿਜ ਸੁਭਾਏ ਕੋਈ ਬਚਨ ਕਹਿਣ, ਭਾਵੇਂ ਕਿਸੇ ਦੇ ਦੁੱਖ ਦੀ ਗੱਲ ਹੈ, ਭਾਵੇਂ ਕਿਸੇ ਦੇ ਸੁੱਖ ਦੀ ਗੱਲ ਹੈ, ਸਤਿਗੁਰੂ ਜੀ ਜੋ ਬਚਨ ਕਹਿਣ ਉਹ ਬਚਨ ਪੂਰੇ ਜ਼ਰੂਰ ਹੁੰਦੇ ਨੇ। ਉਹ ਬਚਨਾਂ ਦੇ ਵਿੱਚ ਸਤਿਗੁਰੂ ਦੀ ਕਿਰਪਾ ਰਹਿਮਤ ਜ਼ਰੂਰ ਵਰਤਦੀ ਹੈ। ਉਸ ਵੇਲੇ ਗੋਪਾਲ ਗਲੇਸਰੀਆ ਧੰਤਾ ਜੋਗ ਹੋ ਗਿਆ। ਸਤਿਗੁਰੂ ਜੀ ਮੇਰੇ ਨਿਮਾਣੇ ਨਿਤਾਣੇ ਤੇ ਤੁਸੀਂ ਬੇਅੰਤ ਕਿਰਪਾ ਕਰ ਦਿੱਤੀ, ਤੁਹਾਡੀ ਬਖਸ਼ਿਸ਼ ਰਹਿਮਤ ਹੋ ਗਈ ਹੈ, ਤੁਹਾਡੇ ਤੋਂ ਬਿਨਾਂ ਇਹ ਕਾਰਜ ਸਿਰੇ ਨਹੀਂ ਸੀ ਚੜਨਾ। ਉਸ ਵੇਲੇ ਸਤਿਗੁਰ ਨੇ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਕਰਕੇ ਗੋਪਾਲ ਗਲੇਸਰੀਏ ਨੂੰ ਸਤਿਗੁਰ ਨੇ ਵਡਿਆਈਆਂ ਪ੍ਰਦਾਨ ਕੀਤੀਆਂ, ਬਖਸ਼ਿਸ਼ਾਂ ਰਹਿਮਤਾਂ ਪ੍ਰਦਾਨ ਕੀਤੀਆਂ। ਬੜਾ ਖੁਸ਼ ਹੋਇਆ। ਏਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਤਨਾ ਕੀਤੀ ਹੈ। ਇਹ ਸਾਰੇ ਜੰਗ ਜੁੱਧ ਦੀ ਵਿਚਾਰ ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਏਦਾਂ ਹੋਣਾ ਕੀਤੀ। ਤੇ ਇਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਆਗਿਆ ਲੈ ਕੇ ਗੋਪਾਲ ਗਲੇਸਰੀ ਆਪਣੇ ਨਗਰ ਵੱਲ ਚਲਾ ਗਿਆ, ਮਹਿਲਾਂ ਵੱਲ ਚਲਾ ਗਿਆ। ਤੇ ਸਤਿਗੁਰ ਦੇ ਸਨਮੁਖ ਕਾਫੀ ਵੱਡੇ ਪੱਧਰ ਤੇ ਸੰਗਤ ਇਕੱਤਰ ਹੋਣਾ ਕੀਤੀ ਸੀ, ਜੁਟਣਾ ਕੀਤੀ ਸੀ। ਤੇ ਸਤਿਗੁਰ ਦੇ ਦਰਕਾਰ ਦੇ ਵਿੱਚੋਂ ਸੰਗਤ ਮਹਿਮਾ ਵਡਿਆਈ ਸਰਵਣ ਕਰਕੇ ਆਨੰਦ ਪ੍ਰਾਪਤ ਕਰਦੀ ਸੀ।
ਸੁਖ ਪ੍ਰਾਪਤ ਕਰਦੀ ਸੀ। ਇਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ। ਉਸ ਵੇਲੇ ਗੁਰੂ ਪਿਆਰਿਓ ਇਦਾਂ ਸਮਾਂ ਬਤੀਤ ਹੁੰਦਾ ਗਿਆ। ਗੋਪਾਲ ਗਲੇਸਰੀ ਆਪਣੇ ਨਗਰ ਵਿਖੇ ਚਲਾ ਗਿਆ ਤੇ ਇਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗ੍ਰਹਿ ਵਿਖੇ ਬੇਅੰਤ ਖੁਸ਼ੀਆਂ ਵਰਤ ਰਹੀਆਂ ਨੇ। ਤੇ ਉਧਰ ਸਤਿਗੁਰ ਦੇ ਮਹਿਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ ਮਾਤਾ ਜੀਤੋ ਜੀ ਉਹਨਾਂ ਨੇ ਸਤਿਗੁਰ ਦੇ ਦਰਕਾਰ ਦੀ ਸੇਵਾ ਬੇਅੰਤ ਕੀਤੀ। ਸਤਿਗੁਰ ਦੇ ਬਚਨਾਂ ਦੇ ਆਧਾਰ ਤੇ ਸੰਗਤ ਦੀ ਸੇਵਾ ਪਏ ਕਰਦੇ ਨੇ ਤੇ ਸੇਵਾ ਦੇ ਵਿੱਚੋਂ ਹੀ ਮੇਵਾ ਪਿਆਰਿਓ, ਸੇਵਾ ਦੇ ਵਿੱਚ ਅਨੇਕ ਪ੍ਰਕਾਰ ਦੇ ਸੁੱਖ ਵਸੇ ਹੋਏ ਨੇ। ਸੁੱਖਾਂ ਦੀ ਪ੍ਰਾਪਤੀ ਹੈ ਸੇਵਾ ਦੇ ਵਿੱਚੋਂ ਹੀ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਸੇਵਾ ਦੇ ਵਿੱਚੋਂ ਹੀ। ਉਸ ਵਕਤ ਸਤਿਗੁਰ ਦੇ ਹੁਕਮ ਨੂੰ ਮੰਨ ਕੇ ਮਾਤਾ ਜੀਤੋ ਦੀ ਸੰਗਤ ਦੀ ਸੇਵਾ ਕਰਦੇ, ਗੁਰਸਿੱਖਾਂ ਦੀ ਸੇਵਾ ਪਏ ਕਰਦੇ ਨੇ। ਤੇ ਸਮਾਂ ਬਤੀਤ ਹੁੰਦਾ ਗਿਆ। 2 ਪੁੱਤਰਾਂ ਦੀ ਪ੍ਰਾਪਤੀ ਹੋਈ। ਪਹਿਲਾ ਪੁੱਤਰ ਮਾਤਾ ਸੁੰਦਰ ਕੌਰ ਦੇ ਗ੍ਰਹਿ ਵਿਖੇ ਉਹਨਾਂ ਦੇ ਕੁੱਖ ਤੋਂ ਬਾਬਾ ਜੀਤ ਸਿੰਘ ਜੀ ਦਾ ਜਨਮ ਹੋਇਆ। ਦੂਜਾ ਬਾਬਾ ਜੁਝਾਰ ਸਿੰਘ ਜੀ ਮਾਤਾ ਜੀਤੋ ਜੀ ਦੇ ਕੁੱਖ ਤੋਂ ਜਨਮ ਹੋਣਾ ਕੀਤਾ। ਹੁਣ ਏਦਾਂ ਸੇਵਾ ਕਰਦੇ ਪਏ ਨੇ ਮਾਤਾ ਜੀਤੋ ਦੀ। ਸਮਾਂ ਬਤੀਤ ਹੁੰਦਾ ਗਿਆ। ਉਸ ਵੇਲੇ ਗੁਰੂ ਨਾਨਕ ਦੀ ਕਿਰਪਾ ਰਹਿਮਤ ਵਰਤਣਾ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਜੀਤੋ ਜੀ ਦੇ ਕੁੱਖ ਦੇ ਵਿੱਚੋਂ ਹੁਣ ਤੀਜੇ ਪੁੱਤਰ ਦੀ ਪ੍ਰਾਪਤੀ ਹੋਣ ਲੱਗੀ ਹੈ। ਉਹ ਸਤਿਗੁਰ ਦੇ ਬਚਨਾਂ ਦੇ ਆਧਾਰ ਤੇ, ਸਤਿਗੁਰ ਦੇ ਬਖਸ਼ਿਸ਼ ਰਹਿਮਤ ਦੇ ਆਧਾਰ ਤੇ ਸਮਾਂ ਬਤੀਤ ਹੁੰਦਾ ਗਿਆ ਤੇ ਸੇਵਾ ਭਾਵਨਾ ਦੇ ਨਾਲ ਅੱਜ ਸੇਵਾ ਨੂੰ ਰੰਗ ਪਾਗ ਲੱਗਣ ਲੱਗੇ। ਸਤਿਗੁਰ ਦੇ ਗ੍ਰਹਿ ਵਿਖੇ ਤੀਜੇ ਪੁੱਤਰ ਦੀ ਪ੍ਰਾਪਤੀ ਹੋਣ ਲੱਗੀ ਹੈ। ਬਾਬਾ ਜੋਰਾਵਰ ਸਿੰਘ ਜੀ ਉਹਨਾਂ ਦਾ ਜਨਮ ਹੋਣ ਲੱਗਿਆ ਤੇ ਇਦਾਂ ਸਮਾਂ ਨਜ਼ਦੀਕ ਆਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਇਸ ਪ੍ਰਕਾਰ ਕਲਗੀਧਰ ਜੀ ਨੇ ਆਨੰਦ ਧਾਰਨ ਕੀਤਾ, ਸੇਵਕਾਂ ਨੂੰ ਬਚਾ ਕੇ ਵੈਰੀਆਂ ਦਾ ਨਾਸ਼ ਕੀਤਾ। ਫਿਰ ਕਹਿੰਦੇ ਮਾਘ ਮਹੀਨੇ ਦਾ ਪਿਛਲਾ ਪੱਖ ਆਇਆ, ਐਤਵਾਰ ਵਾਲੇ ਦਿਨ ਬਹੁਤ ਸੋਭਾ ਪ੍ਰਾਪਤ ਕੀਤੀ। ਏਕਮ ਦੀ ਥਿਤ ਦੀਆਂ ਜਦ 2 ਘੜੀਆਂ ਰਹਿ ਗਈਆਂ, ਤਦ ਮਾਤਾ ਜੀਤੋ ਦੇ ਪਾਵਨ ਪਵਿੱਤਰ ਕੁੱਖ ਤੋਂ ਪੁੱਤਰ ਨੇ ਜਨਮ ਲਿਆ। ਸੇਵਾ ਕਰਨ ਜੋਗ ਦਾਈਆਂ ਨੇ ਜਦ ਸੁਣਿਆ ਤਾਂ ਪ੍ਰਸੰਨ ਹੋ ਕੇ ਬਹੁਤ ਉਤਸ਼ਾਹ ਪ੍ਰਾਪਤ ਕੀਤਾ, ਖੁਸ਼ੀਆਂ ਮਾਨਣਾ ਕੀਤੀਆਂ। ਸਤਿਗੁਰ ਦੀ ਕਿਰਪਾ ਰਹਿਮਤ ਹੋਈ। ਉਸ ਵੇਲੇ ਸਤਿਗੁਰ ਦੀ ਕਿਰਪਾ ਦੇ ਨਾਲ ਮਾਤਾ ਜੀਤੋ ਦੀ ਪਾਵਨ ਪਵਿੱਤਰ ਕੁੱਖ ਦੇ ਵਿੱਚੋਂ ਤੀਜੇ ਪੁੱਤਰ ਨੇ ਜਨਮ ਪ੍ਰਾਪਤ ਕੀਤਾ। ਵੈਸੇ ਬਾਬਾ ਜੀਤ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਉਹਨਾਂ ਦੇ ਗ੍ਰਹਿ ਉਹਨਾਂ ਦੇ ਕੁੱਖ ਤੋਂ ਜਨਮ ਹੋਇਆ। ਇਹ ਦੂਜਾ ਪੁੱਤਰ ਹੈ ਮਾਤਾ ਜੀਤੋ ਜੀ ਦਾ। ਤੇ ਬਾਬਾ ਜੀਤ ਸਿੰਘ ਜੀ ਸਣੇ ਸਤਿਗੁਰ ਦੇ 3 ਪੁੱਤਰ ਹੋ ਗਏ ਨੇ। ਇਹ 3 ਸਾਹਿਬਜ਼ਾਦੇ ਹੋ ਗਏ ਨੇ ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ। 2 ਸਾਹਿਬਜ਼ਾਦੇ ਪਹਿਲਾਂ ਹੀ ਸਤਿਗੁਰ ਦੇ ਗ੍ਰਹਿ ਵਿਖੇ ਹੱਸਦੇ ਖੇਡਦੇ ਭੱਜਦੇ ਨੱਠਦੇ ਕਿਲਕਾਰੀਆਂ ਮਾਰਦੇ ਨੇ ਤੇ ਬਾਬਾ ਜੀਤ ਸਿੰਘ ਜੀ ਏਡੇ ਹੋ ਗਏ ਨੇ ਕਿ ਘੋੜ ਸਵਾਰੀ ਪ੍ਰਾਪਤ ਕਰਨ ਦੇ ਲਾਇਕ ਹੋ ਗਏ। ਘੋੜੇ ਤੇ ਸਵਾਰੀ ਕਰਦੇ ਆ, ਖੇਡਦੇ ਆ, ਸੰਗਤਾਂ ਵਿੱਚ ਵਿਚਰਦੇ ਆ, ਗੁਰੂ ਘਰ ਦੇ ਕਾਰਜਾਂ ਦੇ ਵਿੱਚ ਕੁਝ ਕਾਰਜਾਂ ਦੇ ਵਿੱਚ ਹੱਥ ਵੀ ਬਣਾਉਂਦੇ ਆ। ਏਡੀ ਉਮਰ ਹੋ ਗਈ ਹੈ। ਉਸ ਵਕਤ ਹੁਣ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋਣ ਉਪਰੰਤ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਹੋਇਆ, ਤੀਜੇ ਪੁੱਤਰ ਦਾ। ਤੇ ਹੁਣ ਇਹ ਜਿਹੜੀ ਜੰਗ ਜੁੱਧ ਜਿੱਤ ਕੇ ਆਏ, ਪਾਪੀਆਂ ਦਾ ਨਾਸ਼ ਸਤਿਗੁਰ ਦੇ ਕਿਸੇ ਪ੍ਰਕਾਰ ਕੋਈ ਯਤਨ ਕੀਤੇ ਤੇ ਬਿਨਾਂ ਹੀ ਕਹਿੰਦੇ ਪਾਪੀਆਂ ਦਾ ਨਾਸ਼ ਹੋ ਗਿਆ। ਬਾਰੋਂ ਬਾਰ ਖਤਮ ਹੋ ਗਏ ਪਾਪੀ। ਗੁਰੂ ਘਰ ਦੇ ਨਿੰਦਕ, ਗੁਰੂ ਘਰ ਦੇ ਅਪਰਾਧੀ ਆਪਣੀ ਸਜ਼ਾ ਆਪਣੇ ਕੀਤੇ ਕਰਮਾਂ ਅਨੁਸਾਰ ਪ੍ਰਾਪਤ ਕਰਕੇ ਮਰ ਗਏ, ਖੱਪ ਗਏ ਨੇ। ਹੁਣ ਉਸ ਵੇਲੇ ਕਹਿੰਦੇ ਵਿਚਾਰ ਕੀਤੀ ਕਿ ਮਾਂ ਗੁਜਰ ਕੌਰ, ਉਹਨਾਂ ਦੇ ਮਨ ਦੇ ਵਿੱਚ ਵੀ ਬੜਾ ਆਨੰਦ ਹੈ, ਬੜੀ ਖੁਸ਼ੀ ਹੈ ਕਿ ਮੇਰੇ ਪੁੱਤਰ ਦੇ ਗ੍ਰਹਿ ਵਿਖੇ ਤੀਜੇ ਪੁੱਤਰ ਨੇ ਜਨਮ ਲਿਆ। ਬੜੀਆਂ ਖੁਸ਼ੀਆਂ ਮਨਾਈਆਂ ਗਈਆਂ।
उस वेले मां गुजर कौर ने बेनती की गुरु गोबिंद सिंह मार नूं, कहण लगे पुत्र जी अपने पुत्र दा वधिया जा कोई नाम चंगा जिहा सोच विचार के रखो। हुण नाम रखण दी गल आई। सतगुरु ने विचार की, कहने उन्हें भी जंग युद्ध जित्ती है, फतेह प्राप्त की है। हुण आओ करदे आ इहदे आधार ते कोई ना कोई नाम विचार करिए। अकाल पुरख परमात्मा दे सन्मुख बेनती की, अंतर ध्यान होए गुरु गोबिंद सिंह महाराज। उस वेले सतगुरु जी ने विचार जदों कीती है ना, ते गुरु गोबिंद सिंह महाराज ने विचार करके देखा, कहंदे वैरी जिहड़ा सी बहुत वड्डा हंकार धारण करके साडे ते चढ़ के आया। बड़ियां उन्हें गल्लां कीतियां, बड़ियां गुरु नानक दे दरकर दियां निंदिया दियां विचारां कीतियां, नुकसान पहुंचाउणा चाहुंदा सी। पर ਉਹ ਵੈਰੀ, ਉਹ ਹੰਕਾਰੀ, ਉਹ ਪਾਪੀ ਹੰਕਾਰ ਧਾਰਨ ਕਰਕੇ ਰਾਹ ਦੇ ਵਿੱਚ ਹੀ ਮਰ ਗਿਆ, ਖੱਪ ਗਿਆ। ਜ਼ੋਰ ਲਾਉਣ ਦੀ ਲੋੜ ਹੀ ਨਹੀਂ ਪਈ। ਸਾਨੂੰ ਕੋਈ ਕਿਸੇ ਪ੍ਰਕਾਰ ਇਦਾਂ ਦਾ ਕਾਰਜ ਕਰਨ ਦੀ ਲੋੜ ਹੀ ਨਹੀਂ ਪਈ। ਜ਼ੋਰ ਲਾ ਕੇ ਕੋਈ ਕਾਰਜ ਕਰਨ ਦਾ ਮਨ ਦੇ ਵਿੱਚ ਵਿਚਾਰ ਪ੍ਰਾਪਤ ਨਹੀਂ ਕਰਨਾ ਪਿਆ। ਇਸ ਕਰਕੇ ਜੇ ਨਾਮ ਰੱਖੀਏ ਆਪਣੇ ਸਾਹਿਬਜ਼ਾਦੇ ਦਾ ਕੀ ਰੱਖੀਏ? ਜੋਰਾਵਰ ਸਿੰਘ। ਸਤਿਗੁਰੂ ਨੇ ਜੋਰਾਵਰ ਸਿੰਘ ਨਾਮ ਰੱਖਿਆ। ਉਸ ਵਕਤ ਹੁਣ ਜੋਰਾਵਰ ਨਾਮ ਜਦੋਂ ਸੰਗਤ ਦੇ ਵਿੱਚ ਪ੍ਰਚਲਿਤ ਹੋਇਆ, ਬੜੇ ਖੁਸ਼ ਹੋਏ। ਸਭ ਦੇ ਮਨ ਨੂੰ ਬਹੁਤ ਚੰਗਾ ਲੱਗਿਆ ਨਾਮ, ਬਹੁਤ ਸੁੰਦਰ, ਅਤੀ ਸੁੰਦਰ ਨਾਮ ਲੱਗਿਆ। ਹੁਣ ਪਹਿਲਾਂ ਸਾਹਿਬਜ਼ਾਦਿਆਂ ਦੇ ਨਾਮ ਰੱਖੇ ਨੇ, ਉਹਦੇ ਵਿੱਚ ਕੋਈ ਨਾ ਕੋਈ ਲੌਜਿਕ ਹੈ, ਕੋਈ ਨਾ ਕੋਈ ਵਿਚਾਰ ਹੈ। ਉਹਦੇ ਆਧਾਰ ਤੇ ਸਤਿਗੁਰੂ ਜੀ ਤਿਉਂ ਨਾਮ ਰੱਖਦੇ ਗਏ। ਜਿਵੇਂ ਜਿਵੇਂ ਵਿਚਾਰ ਹੁੰਦੀ ਗਈ, ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭੰਗਾਣੀ ਦੀ ਜੰਗ ਯੁੱਧ ਜਿੱਤ ਕੇ ਆਏ ਸਨ। ਉਦੋਂ ਜਿੱਤ ਪ੍ਰਾਪਤ ਕੀਤੀ ਪਹਿਲੀ ਯੁੱਧ ਵਿੱਚੋਂ, ਜੰਗ ਵਿੱਚੋਂ, ਤੇ ਬਾਬਾ ਅਜੀਤ ਸਿੰਘ ਨਾਮ ਰੱਖਿਆ। ਹੁਣ ਦੂਜੇ ਸਾਹਿਬਜ਼ਾਦੇ ਦਾ ਜਨਮ ਹੋਇਆ ਬਾਬਾ ਜੁਝਾਰ ਸਿੰਘ ਜੀ ਦਾ। ਉਸ ਵੇਲੇ ਸਤਿਗੁਰੂ ਜੀ ਇੱਧਰੋਂ ਜੰਗ ਯੁੱਧ ਜਿੱਤ ਕੇ ਆਏ ਸਨ, ਮਦਦ ਕਰਕੇ ਆਏ ਸਨ ਭੀਮ ਚੰਦ ਸੈਨ ਦੀ। ਉਸ ਵਕਤ ਭੀਮ ਚੰਦ ਸੈਨ ਹੰਕਾਰੀ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਨਮੁਖ ਮਨ ਦੇ ਵਿੱਚ ਸ਼ੰਕਾ ਪ੍ਰਾਪਤ ਕਰਕੇ ਬਹਿ ਗਿਆ। ਸਤਿਗੁਰੂ ਜੀ ਇੱਥੋਂ ਆਏ ਸਨ, ਦੂਣ ਵਿੱਚੋਂ ਜੰਗ ਯੁੱਧ ਜਿੱਤ ਕੇ ਉਦੋਂ ਫਤਿਹ ਪ੍ਰਾਪਤ ਕਰਵਾ ਕੇ ਆਏ ਸਨ। ਤੇ ਰਸਤੇ ਵਿੱਚ ਇੱਕ ਪਿੰਡ ਜਿਹੜਾ ਬਹੁਤ ਹੰਕਾਰੀ ਹੋ ਗਿਆ ਸੀ, ਉਹਨਾਂ ਨੂੰ ਲੁੱਟ ਕੇ ਉਹਨਾਂ ਤੋਂ ਜੰਗ ਜਿੱਤ ਕੇ ਸਤਿਗੁਰੂ ਜੀ ਆਏ। ਤੇ ਉਸ ਵਕਤ ਜੁਝਾਰ ਸਿੰਘ ਨਾਮ ਰੱਖਿਆ ਛੋਟੇ ਸਾਹਿਬਜ਼ਾਦੇ ਦਾ। ਹੁਣ ਤੀਜੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ। ਇਸ ਜੰਗ ਯੁੱਧ ਨੂੰ ਫਤਿਹ ਪ੍ਰਾਪਤ ਕੀਤੀ ਸਤਿਗੁਰੂ ਨੇ, ਵੈਰੀਆਂ ਤੋਂ ਜਿੱਤ ਪ੍ਰਾਪਤ ਕੀਤੀ। ਘਰ ਬੈਠੇ ਹੀ ਜ਼ੋਰ ਨਾ ਲਾਉਣ ਤੇ ਹੀ ਫਤਿਹ ਪ੍ਰਾਪਤ ਹੋ ਗਈ, ਜਿੱਤ ਹੋ ਗਈ, ਜਸ ਹੋ ਗਿਆ। ਤੇ ਸਤਿਗੁਰੂ ਜੀ ਨੇ ਹੁਣ ਤੀਜੇ ਪੁੱਤਰ ਦਾ ਨਾਮ ਰੱਖਿਆ ਜੋਰਾਵਰ ਸਿੰਘ। ਸਤਿਗੁਰੂ ਦੀ ਕਿਰਪਾ ਰਹਿਮਤ ਹੋਈ। ਹੁਣ ਜਦੋਂ ਸੰਗਤ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ, ਸਾਰਿਆਂ ਨੇ ਖੁਸ਼ੀ ਮਨਾਈ, ਆਨੰਦ ਮਾਣਿਆ, ਸਤਿਗੁਰੂ ਦਾ ਧੰਨਵਾਦ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਰਹਿਮਤ ਕਰ ਲੱਗੇ। ਜਿਉਂ-ਜਿਉਂ ਗਰੀਬ ਗੁਰਬਿਆਂ ਨੂੰ ਪਤਾ ਲੱਗਦਾ ਨਾ, ਤਿਉਂ-ਤਿਉਂ ਸਤਿਗੁਰੂ ਦੀ ਕਿਰਪਾ ਦੇ ਨਾਲ ਆਨੰਦਪੁਰ ਦੀ ਧਰਤੀ ਤੇ ਇਕੱਤਰ ਹੋ ਕੇ, ਖੁਸ਼ੀਆਂ ਦੇ ਵਿੱਚ ਇਕੱਤਰ ਹੋ ਕੇ ਸਤਿਗੁਰੂ ਜੀ ਨੂੰ ਵਧਾਈਆਂ ਦਿੰਦੇ ਨੇ। ਮਾਂ ਗੁਜਰ ਕੌਰ ਨੂੰ ਵਧਾਈਆਂ ਦਿੰਦੇ, ਸੁੰਦਰੀ ਜੀ, ਜੀਤੋ ਜੀ, ਸੁੰਦਰ ਕੌਰ, ਉਹਨਾਂ ਨੂੰ ਵਧਾਈਆਂ ਦਿੰਦੇ ਨੇ। ਤੇ ਉਸ ਵਕਤ ਵੱਡੇ ਪੱਧਰ ਤੇ ਧਨ ਦੌਲਤ ਦੀ ਪ੍ਰਾਪਤੀ ਕਰਦੇ ਨੇ। ਸਤਿਗੁਰੂ ਦੀ ਖੁਸ਼ ਹੋ ਕੇ ਧਨ ਦੌਲਤ ਵੰਡੀ ਜਾ ਰਹੇ ਨੇ, ਖਜ਼ਾਨੇ ਲੁਟਾਈ ਜਾ ਰਹੇ ਨੇ। ਉਸ ਵਕਤ ਗਰੀਬ ਗੁਰਬੇ ਜਿਹੜੇ ਲੋੜਵੰਦ ਲੋਕ ਹੈ, ਉਹ ਖਜ਼ਾਨਿਆਂ ਦੀ ਪ੍ਰਾਪਤੀ ਕਰਕੇ, ਧਨ ਦੌਲਤ ਦੀ ਪ੍ਰਾਪਤੀ ਕਰਕੇ ਆਨੰਦ ਪ੍ਰਾਪਤ ਕਰਦੇ, ਖੁਸ਼ੀ ਪ੍ਰਾਪਤ ਪਏ ਕਰਦੇ ਨੇ। ਸਤਿਗੁਰੂ ਦੀ ਕਿਰਪਾ ਰਹਿਮਤ ਇਦਾਂ ਵਰਤਦੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰ ਦੇ ਗ੍ਰਹਿ ਵਿਖੇ ਦਾ ਆਨੰਦ ਬੰਨਣਾ ਕੀਤੇ ਨੇ, ਖੁਸ਼ੀਆਂ ਵੰਡੀਆਂ ਕੀਤੀਆਂ ਨੇ। ਕਿਸੇ ਪ੍ਰਕਾਰ ਕੋਈ ਘਾਟ ਨਹੀਂ, ਸਤਿਗੁਰੂ ਦੀ ਕਿਰਪਾ ਰਹਿਮਤ ਵਰਤਦੀ। ਹੁਣ ਉਸ ਵੇਲੇ ਇਦਾਂ ਲੋੜਵੰਦ ਲੋਕ ਆ ਕੇ ਵਧਾਈਆਂ ਦੇ ਕੇ ਖੁਸ਼ੀਆਂ ਪ੍ਰਾਪਤ ਕਰਦੇ ਮਾਇਆ ਦੇ ਰੂਪ ਦੇ ਵਿੱਚ।
सब थां ते आनंद बने हुए ने, खुशियां बणीਆਂ ਹੋਈਆਂ। सखियां इकत्र होके गीत गा रਹੀਆਂ ने सतगुर ਦੇ ਗ੍ਰਹਿ ਵਿਖੇ खुशियां ਦੇ आनंद मंगल बनना कीते, सतगुर दी रहमत बनना कीती है। इतना समा बतीत हुंदा गया। हुण जिहड़े दो साहिबजादे ने वड्डे आ, जिहड़े हसदे आ खेडदे कुददे जदों गृह विखे सतगुर दे भजदे नठदे आ, उन्हां दे जिहड़े गहणे पाए जांदे ने, सजावट कीती जांदी है, शास्त्र वस्त्र उन्हां दे शरीर ते धारण कीते जांदे ने। ਤੇ ਜਦੋਂ ਭਜਦੇ ਆ ਦੌੜਦੇ ਆ ਛੋਟੇ ਛੋਟੇ ਸ਼ਸਤਰ ਧਾਰਨ ਕੀਤੇ ਜਾਂਦੇ, ਉਹਨਾਂ ਦੀ ਸ਼ਣਕਾਰ ਪੈਂਦੀ। ਸੋਨੇ ਚਾਂਦੀ ਦੇ ਜਿਹੜੇ ਗਹਿਣੇ ਪਾਏ ਹੋਏ ਨੇ ਉਹਨਾਂ ਦੀ ਖਣਕਾਰ ਪੈਦਾ ਹੁੰਦੀ ਤੇ ਵੱਖਰਾ ਹੀ ਧੁਨ, ਵੱਖਰਾ ਹੀ ਅਜਬ ਨਜ਼ਾਰਾ ਦੇਖਣ ਨੂੰ ਸਤਿਗੁਰ ਦੇ ਮਹਿਲਾਂ ਵਿਖੇ ਪ੍ਰਾਪਤ ਹੋ ਰਿਹਾ। ਕਿਉਂਕਿ ਉਸ ਘਰ ਦੇ ਵਿੱਚ ਆਟੋਮੈਟਿਕ ਆਨੰਦ ਬਣ ਜਾਂਦੇ ਨੇ, ਖੁਸ਼ੀਆਂ ਬਣ ਜਾਂਦੀਆਂ ਨੇ, ਰੌਣਕਾਂ ਲੱਗ ਜਾਂਦੀਆਂ। ਜਿਨ੍ਹਾਂ ਦੇ ਗ੍ਰਹਿ ਵਿੱਚ ਇੱਕ ਛੋਟਾ ਜਿਹਾ ਬੱਚਾ ਹੋਵੇ, ਆਟੋਮੈਟਿਕਲੀ ਕਹਿੰਦੇ ਉਸ ਘਰ ਦੇ ਵਿੱਚ ਆਨੰਦ ਬਣ ਜਾਂਦੇ ਨੇ। ਉਹ ਸਾਰਾ ਪਰਿਵਾਰ, ਉਹ ਸਾਰਾ ਘਰ ਉਸ ਬੱਚੇ ਦੇ ਖੇਡੇ ਲੱਗ ਕੇ ਜਿੰਨਾ ਵੀ ਦੁੱਖ ਹੈ ਭੁਲਾ ਦਿੰਦਾ। ਮੰਨ ਲਓ ਕਿਸੇ ਪਿਤਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਜ਼ਦੂਰੀ ਕੀਤੀ, ਘਰ ਵਾਪਸ ਆਇਆ, ਛੋਟਾ ਜਿਹਾ ਪੁੱਤਰ ਹੈ। देख के पुत्र नूं बड़ा खुश होया। जिन्नी थकावट हुई ना सारी दिन दी, वो अपने पुत्र दियां तोतलियां गल्लां सुन के, किलकारियां सुन के, हसदे खेडदे नूं देख के, ओदे भोलेपन दे विचार नूं देख के ओदा सारा थकेवा लह जांदा, सारी विचार इदां टुट जांदी, लह जांदी है, शरीर नौ बर नौ हो जांदा। सतगुर दी कृपा रहमत वरतदी। हुण इसे तरह श्री आनंदपुर साहिब की धरती ते सतगुर दे गृह विखे सतगुर दे साहिबजादे बाल अवस्था दे विच ने, जदों खेडदे दौड़दे भजदे आ, उन्हां दे गहणियां दी कणकार पैंदी है, सुनन नूं वखरी धुन प्राप्त हुंदी है ते संगतां दे मन दे विच यकदम जोश भर जांदा, आनंद प्राप्त हो जांदे, खुशियां प्राप्त हो जांदियां। क्योंकि सतगुर दे गृह विखे जिन्हां ने ਜਿਹੜੀ ਰੱਬੀ ਰੂਹਾਂ ਨੇ ਆ ਸਤਿਗੁਰ ਦੇ ਸਾਹਿਬਜ਼ਾਦਿਆਂ ਦੇ ਰੂਪ ਦੇ ਵਿੱਚ ਜਨਮ ਪ੍ਰਾਪਤ ਕੀਤਾ, ਉਹ ਕੋਈ ਮਾੜੀ ਮੋਟੀ ਪ੍ਰਾਪਤੀ ਵਾਲੇ ਤੇ ਕੋਈ ਹੋ ਹੀ ਨਹੀਂ ਸਕਦੇ, ਮਾੜੀ ਮੋਟੀ ਤਕਦੀਰ ਵਾਲੇ ਕੋਈ ਹੋ ਹੀ ਨਹੀਂ ਸਕਦੇ। ਇਹ ਤੇ ਰੱਬੀ ਰੂਹਾਂ ਨੇ, ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ, ਜਿਹੜੇ ਸਤਿਗੁਰ ਦੇ ਪੁੱਤਰ ਦੇ ਰੂਪ ਦੇ ਵਿੱਚ ਇਦਾਂ ਪ੍ਰਾਪਤ ਹੋਣਾ ਕੀਤੇ ਨੇ, ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੋਣਾ ਕੀਤੀ। आम संसार की गल नहीं कि कोई आम आके सतगुर दे गृह विखे किसी ने जन्म ले लिया, ये नहीं। हुण गुरु गोबिंद सिंह मार दे पुत्र अखबाउणा, दादी नानकी जी दे पोतरे गुरु तेग बहादुर महाराज जी, उन्हां दे पोतरे अखबाउणा कोई माड़ी मोटी जी गल नहीं, बहुत बड़े प्राप्ति की गल है, जन्मा जन्मांतरां दे भगती की गल है, शुभ प्राप्ति की गल है। कहते उस वक्त गुरु गोबिंद सिंह महाराज दे सन्मुख इन्हां साहिबजादियां ने जदों अवतार धारण किया, जन्म प्राप्त करना किया, बहुत वड्डी विचार वाली गल बन गई, सतगुर की कृपा रहमत बन गई। हुण इदां आनंद मंगल सतगुर दे गृह विखे बनना कीते, खुशियां बनना कीतियां ने। थां थां ते सतगुर दे गृह विखे इन्हां पुत्रां दीयां गल्लां हुंदियां। हुण संगत आके प्यार करदी, लाड़ लडाउंदी उन्हां पुत्रां नूं, इन्हां साहिबजादियां नूं, ते कई दफा संगत इन्हां नूं उपहार लिया के दिंदे ने, उदां दे भेटावां लिया के दिंदे। ते बाबा अजीत सिंह जी वर्गे, बाबा जोरावर सिंह जी, बाबा फतेह, बाबा जुझार सिंह जी, इन्हां दे सतगुर दे पुत्र ने, वो कई दफा अपनी तोतली जी आवाज़ दे विचों वचन कह के संगतां दा उद्धार पे करदे ने, शुभ वचन कह के। ते संगतां भी इदां कई दफा सतगुर दे सन्मुख उन्हां दे पुत्रां तो ही अपना उद्धार करवा लेंदे, उन्हां नूं प्रसन्न करके, उन्हां नूं उदां दियां बच्चियां वालियां भेटां अर्पण करके, खुश करके, वधिया सुंदर विचारां करके, इन्ना खुश करके अपने कारज सवार लेंदे सन।
ਇਦਾਂ ਸਤਿਗੁਰ ਦੇ ਗ੍ਰਹਿ ਵਿਖੇ ਆਨੰਦ ਮੰਗਲ ਵੰਡਣਾ ਕੀਤੇ। ਤਾਤੇ ਆਓ ਪਿਆਰੀ ਸੰਗਤ ਜੀ, ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਸਤਿਗੁਰ ਦੇ ਗ੍ਰਹਿ ਵਿਖੇ ਹੋਰ ਵਿਚਾਰ ਬਣਦੀ ਹੈ, ਕਿਵੇਂ ਕਿਵੇਂ ਕਰਕੇ ਸਤਿਗੁਰ ਦੀ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਨੇ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਪਿਆਰਿਓ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। 6 ਪੌੜੀਆਂ ਸ਼੍ਰੀ ਆਨੰਦ ਸਾਹਿਬ ਦੇ ਜਾਪ ਕਰਕੇ ਉਪਰੰਤ ਸਮਾਪਤੀ ਕਰਾਂਗੇ। ਸਤਿਗੁਰ ਦੀ ਕਿਰਪਾ ਕਰਦੇ ਨੇ।